ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਧਣਾ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈ। ਇਹ ਵੀ ਨੇ ਕਿ ਜੋ ਵਿਭਾਗ ਦੇ ਅੰਦਰ ਪੋਸਟਿੰਗ ਹੁੰਦੀ ਸੀ, ਜੋ ਟ੍ਰਾਂਸਫਰਸ ਹੁੰਦੀਆਂ ਸੀ, ਉਸ ਦੇ ਵਿੱਚ ਵੀ ਮੋਟੀ ਰਕਮ ਜੋ ਹੈ ਉਹ ਸਾਧੂ ਸਿੰਘ ਧਰਮਸੋਧਣਾ ਨੇ ਆਪਣੇ ਹਿੱਸੇ ਵਜੋਂ ਰੱਖੀ ਹੋਈ ਸੀ। दौड़ेगा भागेगा बाबा ऑल सीजन्स के लिए कुछ भी करेगा। आई एम अ मैन ऑफ ऑल सीजन। ਪੰਜਾਬੀ ਦੀ ਕਹਾਵਤ ਹੈ ਉਲਟੀ ਵਾੜ ਖੇਤ ਨੂੰ ਖਾਏ, ਔਰ ਇਹ ਕਹਾਵਤ ਅੱਜ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧਣਾ ਦੇ ਉੱਤੇ ਪੂਰੀ ਢੁਕਦੀ ਹੋਈ ਨਜ਼ਰ ਆ ਰਹੀ ਹੈ। ਕਿਉਂਕਿ ਜਿੱਥੇ ਸਾਧੂ ਸਿੰਘ ਧਰਮਸੋਧਣਾ ਨੂੰ ਜੰਗਲਾਤ ਮਹਿਕਮਾ ਦਿੱਤਾ ਗਿਆ ਸੀ, ਜਿੱਥੇ ਉਹਨਾਂ ਨੂੰ ਦਰਖਤ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਦਰਖਤ ਸਾਂਭਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਜੰਗਲਾਤ ਸਾਂਭਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹਨਾਂ ਦੇ ਵੱਲੋਂ ਹੀ ਜੰਗਲਾਤ ਮਹਿਕਮੇ ਦੇ ਵਿੱਚ ਵੱਡੀ ਖਾਸ ਤੌਰ ਦੇ ਉੱਤੇ ਰਿਸ਼ਵਤਖੋਰੀ ਕੀਤੀ ਗਈ ਹੈ। ਵੱਡਾ ਉਹਨਾਂ ਦੇ ਵੱਲੋਂ ਧੰਦਾ ਕੀਤਾ ਗਿਆ ਹੈ। ਇਸ ਵੇਲੇ ਅਸੀਂ ਵਿਜੀਲੈਂਸ ਦਫ਼ਤਰ ਦੇ ਬਾਹਰ ਮੌਜੂਦ ਹਾਂ, ਜਿੱਥੇ ਸਾਧੂ ਸਿੰਘ ਧਰਮਸੋਧਣਾ ਨੂੰ ਰਾਤ 3 ਵਜੇ ਕੱਲ ਰਾਤ 3 ਵਜੇ ਜੋ ਵਿਜੀਲੈਂਸ ਵਿਭਾਗ ਹੈ ਉਹ ਚੱਕ ਕੇ ਵਿਜੀਲੈਂਸ ਦਫ਼ਤਰ ਦੇ ਵਿੱਚ ਲਿਆ ਹੈ। ਕਿਉਂਕਿ ਇਲਜ਼ਾਮ ਨੇ ਕਿ ਸਾਧੂ ਸਿੰਘ ਧਰਮਸੋਧਣਾ ਦੇ ਵੱਲੋਂ ਜੰਗਲਾਤ ਮਹਿਕਮੇ ਦੇ ਵਿੱਚ ਜਿਹੜੇ ਦਰਖਤ ਲਗਾਏ ਜਾਂਦੇ ਸੀ, ਉਹਨਾਂ ਦਰਖਤਾਂ ਨੂੰ ਵੱਢਣ ਦੇ ਉੱਤੇ 500 ਰੁਪਇਆ ਬਤੌਰ ਕਮਿਸ਼ਨ ਹਰ ਦਰਖਤ ਦੇ ਵਿੱਚ ਰੱਖੀ ਗਈ ਸੀ, ਔਰ ਕੁੱਲ 25,000 ਦਰਖਤ ਜੋ ਨੇ ਉਹ ਜੰਗਲਾਤ ਮਹਿਕਮੇ ਦੇ ਵੱਲੋਂ ਵੱਢੇ ਗਏ ਸੀ, ਜਿਸ ਦੇ ਨਾਲ ਜੇ ਹਿਸਾਬ ਲਗਾਈਏ ਤਾਂ 500 ਤੇ 25,000 ਦਰਖਤਾਂ ਦਾ ਜਿਹੜਾ ਕੁੱਲ ਕੀਮਤ ਹੈ ਉਹ 1 ਕਰੋੜ ਤੋਂ ਵੀ ਉੱਪਰ ਦੀ ਬਣਦੀ ਹੈ। ਤਾਂ ਵੱਡੀ ਕਾਰਵਾਈ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੀ ਗਈ ਹੈ, ਜਿਸ ਦੇ ਵਿੱਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਧਣਾ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈ। ਇਹੀ ਨਹੀਂ, ਹੁਣ ਇਲਜ਼ਾਮ ਇਹ ਵੀ ਨੇ ਕਿ ਜੋ ਵਿਭਾਗ ਦੇ ਅੰਦਰ ਪੋਸਟਿੰਗ ਹੁੰਦੀ ਸੀ, ਜੋ ਟ੍ਰਾਂਸਫਰਸ ਹੁੰਦੀਆਂ ਸੀ, ਉਸ ਦੇ ਵਿੱਚ ਵੀ ਮੋਟੀ ਰਕਮ ਜੋ ਹੈ ਉਹ ਸਾਧੂ ਸਿੰਘ ਧਰਮਸੋਧਣਾ ਨੇ ਆਪਣੇ ਹਿੱਸੇ ਵਜੋਂ ਰੱਖੀ ਹੋਈ ਸੀ। ਸਵੇਰ ਤੋਂ ਹੀ ਸਾਧੂ ਸਿੰਘ ਧਰਮਸੋਧਣਾ ਵਿਜੀਲੈਂਸ ਦਫ਼ਤਰ ਦੇ ਵਿੱਚ ਹੀ ਮੌਜੂਦ ਨੇ। ਅੰਦਰ ਪੁੱਛਗਿੱਛ ਜੋ ਹੈ ਉਹ ਸਾਧੂ ਸਿੰਘ ਧਰਮਸੋਧਣਾ ਦੇ ਵੱਲੋਂ ਕੀਤੀ ਜਾ ਰਹੀ ਹੈ, ਔਰ ਜੋ ਚੀਫ ਅਫਸਰ ਨੇ ਉਹਨਾਂ ਦੇ ਵੱਲੋਂ ਖਾਸ ਤੌਰ ਦੇ ਉੱਤੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ, ਸਾਂਝੀ ਕੀਤੀ ਗਈ ਹੈ ਕਿ ਪਿਛਲੇ 2 ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਸਾਰੀ ਇਨਪੁਟਸ ਇਹਨਾਂ ਨੂੰ ਬਰਾਮਦ ਹੋਈਆਂ, ਔਰ ਇਹਨਾਂ ਦੇ ਕੋਲ ਕੰਪਲੇਂਟ ਜੋ ਹੈ ਉਹ ਆਈ, ਉਸ ਦੇ ਆਧਾਰ ਦੇ ਉੱਤੇ ਹੀ ਇਹ ਪੂਰੀ ਕਾਰਵਾਈ ਕੀਤੀ ਗਈ ਹੈ। ਔਰ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਸਾਧੂ ਸਿੰਘ ਧਰਮਸੋਧ ਤੋਂ ਇਲਾਵਾ ਜਿਹੜੇ 2 ਹੋਰ ਵਿਅਕਤੀ ਵੀ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਦਿੱਤਾ ਗਿਆ, ਜਿਹੜੇ ਕਿ ਸਾਧੂ ਸਿੰਘ ਧਰਮਸੋਧਣਾ ਦੇ OSD ਹੀ ਦੱਸੇ ਜਾਂਦੇ ਸੀ। ਜਿਸ ਦੇ ਵਿੱਚ ਪਹਿਲਾਂ ਜਿਹੜਾ ਚਮਕੌਰ ਸਿੰਘ ਹੈ ਉਸ ਨੂੰ ਖਾਸ ਤੌਰ ਦੇ ਉੱਤੇ ਪਟਿਆਲੇ ਤੋਂ ਗ੍ਰਿਫਤਾਰ ਕੀਤਾ ਗਿਆ, ਔਰ ਨਾਲ ਹੀ ਕਮਲਜੀਤ ਸਿੰਘ ਨਾਮ ਦਾ ਇੱਕ ਵਿਅਕਤੀ ਹੈ ਜੋ ਸਾਧੂ ਸਿੰਘ ਧਰਮਸੋਧਣਾ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ, ਉਸ ਨੂੰ ਖੰਨੇ ਤੋਂ ਗ੍ਰਿਫਤਾਰ ਕੀਤਾ ਗਿਆ। ਔਰ ਇਹੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਵੀ ਡੀਲਿੰਗ ਹੁੰਦੀ ਸੀ, ਜਿਹੜਾ ਵੀ ਲੈਣ ਦੇਣ ਹੁੰਦਾ ਸੀ, ਉਹ ਸਭ ਕੁਝ ਕਮਲਜੀਤ ਦੇ ਵੱਲੋਂ ਹੀ ਕੀਤਾ ਜਾਂਦਾ ਸੀ। ਤਾਂ ਵਿਜੀਲੈਂਸ ਅਧਿਕਾਰੀਆਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਜਿਹੜੇ ਪਿਛਲੇ ਦਿਨੀ ਜੋ DFO ਤੇ ਇੱਕ ਨਾਲ ਸਾਥੀ ਜਿਹੜਾ ਠੇਕੇਦਾਰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦੇ ਵੱਲੋਂ ਵੀ ਕਈ ਚੀਜ਼ਾਂ ਦੇ ਵਿੱਚ ਖੁਲਾਸੇ ਕੀਤੇ ਗਏ ਨੇ। ਉਹ DFO ਦੇ ਵੱਲੋਂ ਔਰ ਉਹ ਠੇਕੇਦਾਰ ਦੇ ਵੱਲੋਂ ਵੀ ਇਸ ਚੀਜ਼ ਨੂੰ ਕਬੂਲਿਆ ਗਿਆ ਹੈ ਕਿ ਹਾਂ ਸਾਧੂ ਸਿੰਘ ਧਰਮਸੋਧਣਾ ਦਾ ਵਿੱਚ ਹਿੱਸਾ ਸੀ, ਸਾਧੂ ਸਿੰਘ ਧਰਮਸੋਧਣੀ ਇਸ ਪੂਰੇ ਲੈਣ ਦੇਣ ਦੇ ਵਿੱਚ ਭਾਗੀਦਾਰ ਸਨ। ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਜੁਰਮ ਕਬੂਲਿਆ, ਔਰ ਫਿਰ ਉਸ ਤੋਂ ਬਾਅਦ ਇਹ ਕਾਰਵਾਈ ਜੋ ਹੈ ਉਹ ਸਾਧੂ ਸਿੰਘ ਧਰਮਸੋਧਣਾ ਦੇ ਉੱਤੇ ਹੋਈ ਹੈ। ਔਰ ਸਾਧੂ ਸਿੰਘ ਧਰਮਸੋਧਣਾ ਦੇ ਹੁਣ ਇਸ ਵੇਲੇ ਜੋ ਉਹਨਾਂ ਦਾ ਖੰਨਾ ਸਥਿਤ ਘਰ ਹੈ ਉੱਥੇ ਵੀ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ। ਉੱਥੇ ਵੀ ਵਿਜੀਲੈਂਸ ਦੀ ਟੀਮਾਂ ਜਾ ਕੇ ਉਹਨਾਂ ਦੇ ਘਰ ਦੇ ਵਿੱਚ ਛਾਣਬੀਣ ਕਰ ਰਹੀਆਂ ਨੇ। ਔਰ ਜਿਸ ਤਰੀਕੇ ਦੇ ਨਾਲ ਜੋ ਗ੍ਰਿਫਤਾਰ ਵਿਅਕਤੀ ਹੋਏ ਨੇ, ਜਿਹਨਾਂ 2 ਗ੍ਰਿਫਤਾਰੀਆਂ ਇਹਨਾਂ ਦੇ ਨਾਲ ਹੋਈਆਂ ਨੇ, ਉਹ ਸਾਰਾ ਕੰਮ ਜੋ ਹੈ ਉਹ ਸਾਧੂ ਸਿੰਘ ਧਰਮਸੋਧ ਦਾ ਹੀ ਸੰਭਾਲਦੇ ਸੀ। ਚਮਕੌਰ ਸਿੰਘ ਨਾਮ ਦਾ ਵਿਅਕਤੀ ਔਰ ਨਾਲ ਹੀ ਕਮਲਜੀਤ ਨਾਮ ਦਾ ਵਿਅਕਤੀ ਜੋ ਹੈ ਉਹ ਸਾਰਾ ਕੰਮ ਸੰਭਾਲਦਾ ਸੀ। ਤਾਂ ਹੁਣ ਜੋ ਹੈ ਉਹ ਇਹ ਵੀ ਸਾਹਮਣੇ ਆ ਚੁੱਕਿਆ ਕਿ 3 ਕਰੋੜ ਤੱਕ ਜਿਹੜਾ ਹੈ ਉਹ ਧਰਮਸੋਧ ਦੇ ਕੋਲ ਇਸ ਵੇਲੇ ਜੋ ਰਾਸ਼ੀ ਸੀ ਉਹ ਜਾ ਚੁੱਕੀ ਸੀ, ਔਰ 2 ਇਸ ਦੇ ਵਿੱਚ ਹੋਰ ਕੁੱਲ ਮੰਤਰੀ ਜਿਹੜੇ ਨੇ ਉਹ ਫਸਦੇ ਹੋਏ ਨਜ਼ਰ ਆ ਰਹੇ ਨੇ। ਜਿੱਥੇ ਸਾਧੂ ਸਿੰਘ ਧਰਮਸੋਧਣਾ ਦਾ ਨਾਮ ਨਿਕਲ ਕੇ ਸਾਹਮਣੇ ਆਇਆ, ਔਰ ਉੱਥੇ ਹੀ ਸੰਗਤ ਸਿੰਘ ਗਿਲਜੀਆਂ ਦਾ ਨਾਮ ਵੀ ਇਸ ਦੇ ਵਿੱਚ ਸਾਹਮਣੇ ਆ ਰਿਹਾ। ਤਾਂ ਇਹ ਵੀ ਵੱਡੀ ਅਪਡੇਟ ਜੋ ਹੈ ਅਸੀਂ ਤੁਹਾਨੂੰ ਦੇ ਰਹੇ ਹਾਂ ਕਿ ਸੰਗਤ ਸਿੰਘ ਗਿਲਜੀਆਂ ਦਾ ਨਾਮ ਵੀ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਇਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ
ਸਾਧੂ ਸਿੰਘ ਧਰਮਸੋਤ ਜੋ ਨੇ ਉਹ ਜੰਗਲਾਤ ਮੰਤਰੀ ਸਨ ਔਰ ਉਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾਂਦਾ ਹੈ ਤਾਂ ਧਰਮਸੋਤ ਨੂੰ ਵੀ ਕੈਬਨਿਟ ਦੇ ਵਿੱਚੋਂ ਡ੍ਰੌਪ ਕਰ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ ਨੂੰ ਜੋ ਹੈ ਇਹ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਜੰਗਲਾਤ ਮਹਿਕਮਾ ਸੰਗਤ ਸਿੰਘ ਗਿਲਜੀਆਂ ਦੇ ਕੋਲ ਆਉਂਦਾ ਹੈ ਔਰ ਸੰਗਤ ਸਿੰਘ ਗਿਲਜੀਆਂ ਉਹਨਾਂ ਦਾ ਨਾਮ ਵੀ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਹੈ। ਜੋ FIR ਦਰਜ ਹੋਈ ਹੈ ਉਸ ਦੇ ਵਿੱਚ ਸੰਗਤ ਸਿੰਘ ਗਿਲਜੀਆਂ ਉਹਨਾਂ ਦਾ ਨਾਮ ਵੀ ਨਿਕਲ ਕੇ ਸਾਹਮਣੇ ਆ ਰਿਹਾ। ਤਾਂ ਵੱਡੀ ਅਪਡੇਟ ਇਸ ਵੇਲੇ ਦੀ ਕੇਸ ਰਜਿਸਟਰ ਕੀਤਾ ਸੀ ਐਂਟੀ ਕਰਪਸ਼ਨ ਹੈਲਪਲਾਈਨ ਤੇ, ਜਿਹੜਾ ਇੱਕ ਠੇਕੇਦਾਰ ਸੀ ਖੈਰ ਦੇ ਦਰਖਤਾਂ ਦਾ ਤੇ ਇੱਕ DFO, ਤੇ ਉਦੋਂ ਫਿਰ ਇਨਵੈਸਟੀਗੇਸ਼ਨ ਤੋਂ ਅੱਗੇ ਫਿਰ ਗੱਲ ਆਈ ਕਿ ਇੱਕ ਵ੍ਰਿਕਸ਼ ਹੁੰਦਾ ਉਹਦੀ ਡਾਇਰੈਕਟ ਉਹਨਾਂ ਕੋਲ ਪੈਸੇ ਜਾਂਦੇ ਸੀ। ਸੋ ਉਸ ਬੇਸ ਤੇ ਫਿਰ ਅਸੀਂ ਜਿਹੜੀ ਹੈ ਕੇਸ ਰਜਿਸਟਰ ਕਰਕੇ ਕੱਲ ਜਿਹੜੀ ਹੈ ਗ੍ਰਿਫਤਾਰੀ ਕੀਤੀ ਹੈ ਰਾਤ ਨੂੰ ਅਸੀਂ ਅੱਜ। ਸਾਧੂ ਸਿੰਘ ਧਰਮਸੋਤ ਦੇ ਨਾਲ ਹੋਰ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਂ, ਉਹ ਇੱਕ ਕਮਲਜੀਤ ਸਿੰਘ ਹੈ, ਕੋਈ ਇੱਕ ਚਮਕੌਰ ਸਿੰਘ ਹੈ, ਸਾਬਕਾ ਹੈ ਮਹਿਕਮੇ ਦਾ ਹੀ ਹੈ ਫੋਰੈਸਟ ਦਾ। ਇੱਕ ਪਰ ਟਰੀ ਦਾ ਇੱਕ ਹਿੱਸਾ ਜਿਹੜਾ ਜਾਂਦਾ ਸੀ, ਕੁਝ ਆਫਿਸ਼ੀਅਲਸ ਨੂੰ ਜਾਂਦਾ ਸੀ, ਕੁਝ ਜਿਹੜਾ ਉੱਪਰ ਜਾਂਦਾ ਸੀ। ਹੁਣ ਰਿਮਾਂਡ ਤੇ ਭੇਜਿਆ ਜਾ ਰਿਹਾ। ਅੱਜ ਇਹਨਾਂ ਨੂੰ ਪੇਸ਼ ਕਰਕੇ ਫਿਰ ਰਿਮਾਂਡ ਲਵਾਂਗੇ ਇਹਨਾਂ ਦਾ। ਫਿਰ ਸਾਰਾ ਜਿਹੜਾ ਵੀ ਹੈ ਟੋਟਲ ਸਕੈਮ ਹੋਇਆ ਵਾ ਇੰਨੇ ਸਾਲਾਂ 'ਚ ਉਹਦਾ ਬਾਹਰ ਅਸੀਂ ਤੱਥ ਕੱਢਾਂਗੇ। ਇੱਕ ਡਾਇਰੀ ਇਹਦੀ ਮਿਲੀ ਹੈ ਜਿਹੜੀ ਠੇਕੇਦਾਰ ਨੇ ਜਿਹੜੀ ਦਿੱਤੀ, ਉਹ 'ਚ ਕਾਫੀ ਫੈਕਟਸ ਲਿਖੇ ਹੋ ਕਿ ਕਿਹਨੂੰ ਕਿਸ ਤਰ੍ਹਾਂ ਪੈਸਾ ਜਾਂਦਾ ਸੀ। ਸਰ ਇਸ ਦੇ ਵਿੱਚ ਸਾਧੂ ਸਿੰਘ ਧਰਮਸੋਤ ਦਾ ਕੀ ਐਗਜ਼ੈਕਟ ਰੋਲ ਜਿਹੜਾ ਸਾਹਮਣੇ ਆਇਆ ਸਾਰੇ ਉਸ ਦੇ ਵਿੱਚ? ਦੇਖੋ ਜੀ, ਪੈਸੇ ਉਹਨਾਂ ਦੇ ਬੰਦੇ ਸੀ, ਉਹਨਾਂ ਦੇ ਕੋਲ ਜਾਂਦੇ ਸੀ। ਐਕਸ਼ਨ ਦੇ ਵਿੱਚ ਮਾਨ ਸਰਕਾਰ ਹੈ ਔਰ ਇੱਕ ਪਾਸੇ ਜਿੱਥੇ ਅੱਜ ਰਾਹੁਲ ਗਾਂਧੀ ਦੇ ਪੰਜਾਬ ਆਉਣਾ ਸੀ, ਪੰਜਾਬ ਉਹ ਪਹੁੰਚੇ ਨੇ, ਚੰਡੀਗੜ੍ਹ 에ਅਰਪੋਰਟ ਦੇ ਉੱਤੇ ਪਹੁੰਚੇ ਤਮਾਮ ਉਹ ਲੀਡਰਸ਼ਿਪ ਕਾਂਗਰਸ ਦੀ ਮੌਜੂਦ ਸੀ, ਹਾਲਾਂਕਿ ਸੰਗਤ ਸਿੰਘ ਗਿਲਜੀਆਂ ਵੀ ਮੌਜੂਦ ਸੀ। ਤਾਂ ਉਸੇ ਦੌਰਾਨ ਜੋ ਹੈ ਇਹ ਕਾਰਵਾਈ ਉਹਨਾਂ ਦੇ ਹੀ ਕਾਂਗਰਸ ਦੇ ਲੀਡਰ ਸਾਧੂ ਸਿੰਘ ਧਰਮਸੋਤ ਉਹਨਾਂ ਦੇ ਉੱਤੇ ਕੀਤੀ ਗਈ ਹੈ। ਹਾਲਾਂਕਿ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਗੱਲ ਜ਼ਰੂਰ ਕਹਿ ਰਹੇ ਨੇ, ਕਹਿੰਦੇ ਕਿ ਇਹ ਬਦਲਾਖੋਰੀ ਦੀ ਸਿਆਸਤ ਹੈ। ਇਹ ਜਾਣਬੁੱਝ ਕੇ ਜੋ ਅਸਲ ਮੁੱਦੇ ਨੇ ਪੰਜਾਬ ਦੇ ਉਸ ਨੂੰ ਸਾਈਡਲਾਈਨ ਕਰਨ ਦੇ ਲਈ ਮਾਨ ਸਰਕਾਰ ਇਹ ਸਭ ਕੁਝ ਕਰ ਰਹੀ ਹੈ। ਜੋ ਇਸ ਵੇਲੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਣੀ ਹੋਈ ਹੈ, ਜੋ ਇਸ ਵੇਲੇ ਪੰਜਾਬ ਦੇ ਵਿੱਚ ਕਤਲ ਹੋ ਰਹੇ ਨੇ, ਸਿੱਧੂ ਮੂਸੇਵਾਲਾ ਦਾ ਮਾਮਲਾ ਹੋਵੇ ਜਾਂ ਫਿਰ ਅਰਵਿੰਦ ਕੇਜਰੀਵਾਲ ਉਹਨਾਂ ਦੀ ਦਖਲਅੰਦਾਜ਼ੀ ਹੋਵੇ, ਇਹਨਾਂ ਤਮਾਮ ਮੁੱਦਿਆਂ ਨੂੰ ਕਹਿੰਦੇ ਸਾਈਡਲਾਈਨ ਕਰਨ ਦੇ ਲਈ ਇਹ ਅੱਜ ਖਾਸ ਤੌਰ ਦੇ ਉੱਤੇ ਪੋਲੀਟੀਕਲ ਵੈਂਡੇਟਾ ਜੋ ਹੈ ਉਹ ਕੀਤਾ ਗਿਆ ਹੈ। ਪਰ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਸਾਧੂ ਸਿੰਘ ਧਰਮਸੋਤ ਦਾ ਨਾਮ ਜਿੱਥੇ SC ਸਕਾਲਰਸ਼ਿਪ ਦੇ ਵਿੱਚ ਜ਼ਰੂਰ ਆਉਂਦਾ ਸੀ, CM ਭਗਵੰਤ ਮਾਨ ਦੇ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਸੀ ਪ੍ਰੈਸ ਕਾਨਫਰੰਸ, ਜਦੋਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਇਹ ਹਵਾਲਾ ਇਹ ਗੱਲ ਦਾ ਜ਼ਿਕਰ ਜਿਹੜਾ ਹੈ ਉਹ ਜ਼ਰੂਰ ਕੀਤਾ ਸੀ ਕਿ ਸਾਧੂ ਸਿੰਘ ਧਰਮਸੋਤ ਉਹਨਾਂ ਦੇ ਉੱਤੇ ਜਦੋਂ ਸਵਾਲ ਪੁੱਛਿਆ ਗਿਆ ਪੱਤਰਕਾਰ ਦੇ ਵੱਲੋਂ ਤਾਂ ਉਦੋਂ CM ਭਗਵੰਤ ਮਾਨ ਨੇ ਗੱਲ ਕਹੀ ਸੀ ਕਿ ਬਹੁਤ ਜਲਦ ਤੁਹਾਨੂੰ ਸੁਣਾਈ ਦਊਗਾ ਜਾਂ ਅਖਬਾਰਾਂ ਦੇ ਵਿੱਚ ਤੁਸੀਂ ਪੜੋਗੇ ਕਿ ਸਾਧੂ ਸਿੰਘ ਧਰਮਸੋਤ ਹੋਣੀ ਹਾਈ ਕੋਰਟ ਦੇ ਵਿੱਚ ਇਹ ਅਪੀਲ ਕਰ ਰਹੇ ਹੋਣਗੇ ਕਿ ਉਹਨਾਂ ਦਾ VIP ਸੈੱਲ ਹੀ ਰਹਿਣ ਦਿੱਤਾ ਜਾਵੇ, ਉਹਨਾਂ ਨੂੰ ਨਾਰਮਲ ਸੈੱਲ ਦੇ ਵਿੱਚ ਨਾ ਸ਼ਿਫਟ ਕੀਤਾ ਜਾਵੇ, ਯਾਨੀ ਕਿ ਸਾਧੂ ਸਿੰਘ ਧਰਮਸੋਤ ਉਹਨਾਂ ਦੀ ਬਹੁਤ ਜਲਦ ਗ੍ਰਿਫਤਾਰੀ ਜੋ ਹੈ ਉਹ ਕੀਤੀ ਜਾਊਗੀ। ਤਾਂ ਅੱਜ ਉਸੇ ਤਰੀਕੇ ਨਾਲ ਗ੍ਰਿਫਤਾਰੀ ਜੋ ਹੈ ਉਹ ਸਾਧੂ ਸਿੰਘ ਧਰਮਸੋਤ ਉਹਨਾਂ ਦੀ ਹੋਈ ਹੈ। ਹਾਲਾਂਕਿ ਚਰਚਾ ਇਹ ਸੀ ਕਿ ਜੋ SC ਸਕਾਲਰਸ਼ਿਪ ਹੈ ਉਸ ਦੇ ਵਿੱਚ ਇਹ ਗ੍ਰਿਫਤਾਰੀ ਹੋ ਸਕਦੀ ਹੈ, ਪਰ ਜੰਗਲਾਤ ਮਹਿਕਮੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਵੱਡਾ ਸਕੈਮ ਨਿਕਲ ਕੇ ਸਾਹਮਣੇ ਆਇਆ ਉਸ ਦੇ ਵਿੱਚ ਅੱਜ ਗ੍ਰਿਫਤਾਰੀ ਸਾਧੂ ਸਿੰਘ ਧਰਮਸੋਤ ਉਹਨਾਂ ਦੀ ਹੋਈ ਹੈ ਔਰ ਨਾਲ ਹੀ ਹੁਣ FIR ਦੇ ਵਿੱਚ ਨਾਮ ਸੰਗਤ ਸਿੰਘ ਗਿਲਜੀਆਂ ਦਾ ਵੀ ਆ ਚੁੱਕਿਆ। 2 ਉਹਨਾਂ ਦੇ ਸਾਥੀ ਚਮਕੌਰ ਸਿੰਘ ਤੇ ਕਮਲਜੀਤ ਸਿੰਘ ਉਹਨਾਂ ਨੂੰ ਵੀ ਜੋ ਹੈ ਗ੍ਰਿਫਤਾਰ ਕਰ ਲਿੱਤਾ ਗਿਆ। ਸਾਰੇ ਭਾਗੀਦਾਰੀ ਦੱਸਿਆ ਜਾ ਰਿਹਾ ਇਸ ਪੂਰੇ ਲੈਣ ਦੇਣ ਦੇ ਵਿੱਚ ਉਹਨਾਂ ਦੀ ਹੀ ਸੀ, ਉਹਨਾਂ ਦੇ ਵੱਲੋਂ ਹੀ ਇਹ ਸਾਰਾ ਕੰਮ ਦੇਖਿਆ ਜਾਂਦਾ ਸੀ ਔਰ 25,000 ਦਰਖਤ ਜੋ ਨੇ ਉਹ ਵੱਡੇ ਗਏ ਸੀ। 500 ਰੁਪਏ ਕਮਿਸ਼ਨ ਇੱਕ ਦਰਖਤ ਦੇ ਵਿੱਚ ਰੱਖੀ ਹੋਈ ਸੀ, ਤਾਂ ਕੁੱਲ ਮਿਲਾ ਕੇ 1 ਕਰੋੜ ਤੋਂ ਵੀ ਉੱਪਰ ਦੀ ਰਾਸ਼ੀ ਜੋ ਹੈ ਉਹ ਬਣਦੀ ਹੈ, ਜਿਸ ਦੇ ਵਿੱਚ ਸਾਧੂ ਸਿੰਘ ਧਰਮਸੋਤ ਦਾ ਨਾਮ ਸਾਹਮਣੇ ਆਇਆ ਔਰ ਹੁਣ ਇਸੀ ਵਿਜੀਲੈਂਸ ਬਿਊਰੋ ਦਫ਼ਤਰ ਦੇ ਵਿੱਚ ਹੀ ਭਵਨ ਦੇ ਵਿੱਚ ਹੀ ਸਾਧੂ ਸਿੰਘ ਧਰਮਸੋਤ ਨੂੰ ਰੱਖਿਆ ਗਿਆ। ਸਵੇਰੇ 3 ਵਜੇ ਘਰ ਤੋਂ ਚੱਕਿਆ ਗਿਆ ਸੀ ਔਰ ਅਜੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਹੁਣ ਕੁਝ ਹੀ ਦੇਰ ਬਾਅਦ ਇਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ ਜਾਊਗਾ ਔਰ ਉਸ ਤੋਂ ਬਾਅਦ ਮੈਡੀਕਲ ਕਰਵਾਉਣ ਤੋਂ ਬਾਅਦ ਰਿਮਾਂਡ ਜਿਹੜਾ ਹੈ ਉਹ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਤਾਂ ਲਗਾਤਾਰ ਅਪਡੇਟ ਜਿਹੜੀਆਂ ਅਸੀਂ ਤੁਹਾਨੂੰ ਇੱਥੋਂ ਵਿਜੀਲੈਂਸ ਭਵਨ ਤੋਂ ਦਿੰਦੇ ਰਵਾਂਗੇ।